ਸਤਿ ਸ਼੍ਰੀ ਅਕਾਲ। YouTube ਚੈਨਲ ਪੰਜਾਬੀ ਸਕੂਲ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ। ਅੱਜ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਛਾਪੀ ਹੋਈ ਪਾਠ ਪੁਸਤਕ ਸਾਹਿਤ ਮਾਲਾ 9 ਦੇ ਕਵਿਤਾ ਭਾਗ ਵਿੱਚੋਂ ਇੱਕ ਕਵਿਤਾ ਦਾ ਅਧਿਐਨ ਅਤੇ ਫਿਰ ਉਸ ਦਾ ਅਭਿਆਸ ਯਾਨੀ ਕਿ ਉਸਦੇ ਪ੍ਰਸ਼ਨ ਉੱਤਰਾਂ ਨੂੰ ਹੱਲ ਕਰਾਂਗੇ। ਅੱਜ ਅਸੀਂ ਜੋ ਕਵਿਤਾ ਕਰਨ ਜਾ ਰਹੇ ਹਾਂ ਉਹ ਹੈ ਪੰਜਾਬੀ ਦੇ ਮਹਾਨ ਕਵੀ ਧਨੀ ਰਾਮ ਚਾਤ੍ਰਿਕ ਜੀ ਦੀ ਪ੍ਰਸਿੱਧ ਕਵਿਤਾ ਵਿਸਾਖੀ ਦਾ ਮੇਲਾ। ਧਨੀ ਰਾਮ ਚਾਤ੍ਰਿਕ ਜੀ ਦਾ ਜਨਮ 4 ਅਕਤੂਬਰ 1876 ਨੂੰ ਪਿਤਾ ਸ਼੍ਰੀ ਪੋਹੂ ਮਲ ਤੇ ਮਾਤਾ ਲక్ష్ਮੀ ਦੇਵੀ ਦੇ ਘਰ ਪੱਸੀਆਂਵਾਲਾ ਜ਼ਿਲ੍ਹਾ ਸਿਆਲਕੋਟ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ਉੱਥੇ ਹੋਇਆ। ਉਹ ਆਧੁਨਿਕ ਪੰਜਾਬੀ ਦੇ ਸ਼੍ਰੋਮਣੀ ਕਵੀਆਂ ਵਿੱਚੋਂ ਇੱਕ ਸਨ। ਉਹਨਾਂ ਨੇ ਆਪਣੇ ਜੀਵਨ ਦਾ ਬਹੁਤਾ ਸਮਾਂ ਅੰਮ੍ਰਿਤਸਰ ਵਿੱਚ ਬਿਤਾਇਆ ਅਤੇ ਭਾਈ ਵੀਰ ਸਿੰਘ ਜੀ ਦੀ ਪ੍ਰੈਸ ਵਿੱਚ ਨੌਕਰੀ ਵੀ ਕੀਤੀ। ਉਹਨਾਂ ਦੀਆਂ ਕਵਿਤਾਵਾਂ ਦੀਆਂ ਮੁੱਖ ਜੋ ਕਿਤਾਬਾਂ ਹਨ ਉਹ ਹਨ ਚੰਦਨਵਾੜੀ, ਕੇਸਰ ਕਿਆਰੀ, ਨਵਾਂ ਜਹਾਨ, ਸੂਫੀ ਖਾਨਾ, ਭਰਥਰੀ ਹਰੀ, ਨਲ ਦਮਯੰਤੀ। ਅਤੇ ਉਹਨਾਂ ਦੀਆਂ ਕਵਿਤਾਵਾਂ ਵਿੱਚ ਪੰਜਾਬੀ ਸੱਭਿਆਚਾਰ ਦੀ ਤਸਵੀਰ ਸਾਨੂੰ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਤਾਂ ਪੁਰਾਣੇ ਪੰਜਾਬੀ ਸੱਭਿਆਚਾਰ ਨੂੰ ਦੇਖਣਾ ਸਮਝਣਾ ਹੋਵੇ, ਉਸ ਬਾਰੇ ਪੜ੍ਹਨਾ ਹੋਵੇ ਤਾਂ ਤੁਸੀਂ ਧਨੀ ਰਾਮ ਚਾਤ੍ਰਿਕ ਜੀ ਦੀਆਂ ਕਵਿਤਾਵਾਂ ਪੜ੍ਹ ਲਓ ਤਾਂ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਮਿਲ ਜਾਵੇਗੀ। ਹੁਣ ਗੱਲ ਕਰਦੇ ਹਾਂ ਉਹਨਾਂ ਦੀ ਕਵਿਤਾ ਵਿਸਾਖੀ ਦਾ ਮੇਲਾ ਬਾਰੇ। ਵਿਸਾਖੀ ਦਾ ਮੇਲਾ ਕਵਿਤਾ ਵਿੱਚ ਕਵੀ ਧਨੀ ਰਾਮ ਚਾਤ੍ਰਿਕ ਵਿਸਾਖੀ ਦੇ ਸਮੇਂ ਕੁਦਰਤੀ ਖੂਬਸੂਰਤੀ, ਉਸ ਸਮੇਂ ਕਿਸ ਤਰ੍ਹਾਂ ਆਸ-ਪਾਸ ਦਾ ਮਾਹੌਲ ਹੁੰਦਾ ਹੈ, ਕੁਦਰਤ ਕਿਸ ਤਰ੍ਹਾਂ ਆਪਣੇ ਜੋਬਨ ਵਿੱਚ ਆਈ ਹੁੰਦੀ ਹੈ, ਉਸ ਦਾ ਜ਼ਿਕਰ ਕਰਦੇ ਹਾਂ। ਅਤੇ ਉਸ ਤੋਂ ਬਾਅਦ ਜੋ ਇਸ ਕਵਿਤਾ ਦੇ ਅਗਲੇ ਪੈਰੇ ਹਨ ਉਹਨਾਂ ਵਿੱਚ ਕਵੀ ਵਿਸਾਖੀ ਦੇ ਮੇਲੇ ਦਾ ਬਹੁਤ ਹੀ ਸਜੀਵ ਅਤੇ ਸੁੰਦਰ ਚਿੱਤਰਨ ਸਾਡੇ ਸਾਹਮਣੇ ਪੇਸ਼ ਕਰਦੇ ਹਨ। ਅਤੇ ਇਹ ਸਾਰਾ ਚਿੱਤਰਨ ਪੇਸ਼ ਕਰਦੇ ਹੋਏ ਉਹ ਇੱਕ ਨੌਜਵਾਨ ਵੱਲੋਂ ਉਸਦੀ ਪਤਨੀ ਜਾਂ ਪ੍ਰੇਮਿਕਾ ਨੂੰ ਵਿਸਾਖੀ ਦੇ ਮੇਲੇ 'ਤੇ ਉਸਦੇ ਨਾਲ ਚੱਲਣ ਲਈ ਮਨਾਉਣ ਦੀ ਕੋਸ਼ਿਸ਼ ਕਰਦਾ ਹੋਇਆ ਦਿਖਾਉਂਦੇ ਹਨ। ਤਾਂ ਆਓ ਇਸ ਕਵਿਤਾ ਨੂੰ ਪੜ੍ਹਦੇ ਹਾਂ ਅਤੇ ਵਿਸਾਖੀ ਦੇ ਸਮੇਂ ਦੇ ਕੁਦਰਤ ਅਤੇ ਉਸ ਸਮੇਂ ਦੇ ਮੇਲੇ ਦਾ ਆਨੰਦ ਮਾਣਦੇ ਹਾਂ। ਸਭ ਤੋਂ ਪਹਿਲਾਂ ਮੈਂ ਕਵਿਤਾ ਦਾ ਤੁਹਾਨੂੰ ਪੜ੍ਹ ਕੇ ਸੁਣਾਉਂਗੀ ਅਤੇ ਨਾਲ ਤੁਹਾਨੂੰ ਇਸ ਦੇ ਅਰਥ ਦੱਸਦੀ ਜਾਵਾਂਗੀ ਨਾਲ ਅਤੇ ਉਸ ਤੋਂ ਬਾਅਦ ਆਪਾਂ ਇਸ ਦੇ ਜੋ ਪ੍ਰਸ਼ਨ ਉੱਤਰ ਨੇ ਉਹ ਲਿਖਤੀ ਰੂਪ ਵਿੱਚ ਹੱਲ ਕਰਾਂਗੇ, ਉਹਨਾਂ ਦਾ ਅਭਿਆਸ ਅਤੇ ਉਸ ਤੋਂ ਇਲਾਵਾ ਹੋਰ ਪ੍ਰਸ਼ਨ ਵੀ ਆਪਾਂ ਹੱਲ ਕਰਾਂਗੇ। ਕਵਿਤਾ ਸ਼ੁਰੂ ਕਰਦੇ ਹਾਂ। ਪੱਕ ਪਈਆਂ ਕਣਕਾਂ ਲੁਕਾਠ ਰੱਸਿਆ, ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ। ਤਾਂ ਇਹਨਾਂ ਸਤਰਾਂ ਵਿੱਚ ਕਵੀ ਧਨੀ ਰਾਮ ਚਾਤ੍ਰਿਕ ਜੀ ਸਾਨੂੰ ਦੱਸ ਰਹੇ ਹਨ ਕਿ ਵਿਸਾਖ ਦੇ ਮਹੀਨੇ ਵਿੱਚ ਕਣਕਾਂ ਪੱਕ ਜਾਂਦੀਆਂ ਹਨ ਅਤੇ ਲੁਕਾਠ ਰਸ ਜਾਂਦਾ ਹੈ। ਲੁਕਾਠ ਦਾ ਫਲ ਤੁਸੀਂ ਦੇਖਿਆ ਹੀ ਹੋਣਾ ਹੈ, ਰਸ ਜਾਣਾ ਮਤਲਬ ਉਹ ਵੀ ਪੱਕ ਜਾਣਾ, ਉਹਦੇ ਵਿੱਚ ਰਸ ਪੈਦਾ ਹੋ ਜਾਂਦਾ ਹੈ। ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ, ਅੰਬ ਦੇ ਰੁੱਖ ਨੂੰ ਬੂਰ ਲੱਗ ਜਾਂਦਾ ਹੈ। ਤੁਹਾਨੂੰ ਬੂਰ ਦਾ ਪਤਾ ਹੀ ਹੋਵੇਗਾ, ਜਦੋਂ ਬੂਰ ਲੱਗਦਾ ਤਾਂ ਉਸ ਤੋਂ ਬਾਅਦ ਹੀ ਅੰਬ ਨੂੰ ਫਲ ਬਣਦੇ ਨੇ ਉਸ ਬੂਰ ਤੋਂ। ਗੁਲਾਬ ਹੱਸਿਆ, ਹੁਣ ਗੁਲਾਬ ਵੀ ਹੱਸਦਾ ਪਿਆ। ਗੁਲਾਬ ਕਦੋਂ ਹੱਸਦਾ? ਜਦੋਂ ਪੂਰਾ ਖਿੜਿਆ ਹੁੰਦਾ। ਤਾਂ ਉਸ ਸਮੇਂ ਆਸ-ਪਾਸ ਦੀ ਕੁਦਰਤ ਵਿੱਚ ਬਹੁਤ ਜ਼ਿਆਦਾ ਚੰਗੀਆਂ ਚੀਜ਼ਾਂ ਹੋ ਰਹੀਆਂ ਹਨ। ਕਣਕ ਵੀ ਪੱਕ ਗਈ, ਲੁਕਾਠ ਵੀ ਰਸ ਗਿਆ, ਅੰਬਾਂ ਨੂੰ ਬੂਰ ਵੀ ਪੈ ਗਿਆ, ਗੁਲਾਬ ਵੀ ਹੱਸ ਖਿੜ ਪਏ ਹਨ, ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ। ਹੁਣ ਉਸ ਸਮੇਂ ਕਿਹੜੀ ਰੁੱਤ ਹੁੰਦੀ ਹੈ? ਬਹਾਰ ਦੀ ਰੁੱਤ। ਅਤੇ ਬਹਾਰ ਬਾਗਾਂ ਉੱਤੇ ਰੰਗ ਕਿਵੇਂ ਫੇਰ ਦਿੰਦੀ ਹੈ? ਕਿਉਂਕਿ ਬਹਾਰ ਦੀ ਰੁੱਤ ਵਿੱਚ ਰੰਗ ਬਿਰੰਗੇ ਫੁੱਲ ਖਿੜੇ ਹੁੰਦੇ ਨੇ, ਪੱਤੇ ਵੀ ਪੂਰੇ ਹਰੇ ਹੋਏ ਹੁੰਦੇ ਹਨ। ਤਾਂ ਹਰੇ ਪੱਤੇ ਅਤੇ ਰੰਗ ਬਿਰੰਗੇ ਫੁੱਲ ਜਦੋਂ ਬਾਗਾਂ ਵਿੱਚ ਖਿੜੇ ਹੁੰਦੇ ਨੇ ਤਾਂ ਐਂ ਲੱਗਦਾ ਹੈ ਕਿ ਬਾਗਾਂ ਨੂੰ ਕਿਸੇ ਨੇ ਰੰਗ ਫੇਰ ਦਿੱਤਾ ਹੋਵੇ। ਬੇਰੀਆਂ ਲਿਫਾਈਆਂ ਟਾਹਣੀਆਂ ਦੇ ਪਾਰ ਨੇ, ਬੇਰੀ ਦੇ ਰੁੱਖ ਨੂੰ ਉਸ ਸਮੇਂ ਬਹੁਤ ਸਾਰੀਆਂ ਬੇਰੀਆਂ ਲੱਗ ਜਾਂਦੀਆਂ ਹਨ, ਬਹੁਤ ਸਾਰਾ ਬੇਰੀ ਦਾ ਫਲ ਲੱਗ ਜਾਂਦਾ ਹੈ ਅਤੇ ਜਿਸ ਕਰਕੇ ਉਹਦੀਆਂ ਟਾਹਣੀਆਂ ਜੋ ਪਤਲੀਆਂ ਹੁੰਦੀਆਂ ਹਨ ਉਹ ਬੇਰਾਂ ਦੇ ਪਾਰ ਨਾਲ ਥੱਲੇ ਨੂੰ ਝੁਕ ਜਾਂਦੀਆਂ ਹਨ। ਪੁੰਗਰੀਆਂ ਵੱਲਾਂ ਵੇਲਾਂ ਰੁੱਖੀ ਚੜੀਆਂ। ਹੁਣ ਪੰਜਾਬੀ ਸੱਭਿਆਚਾਰ 'ਚ ਵੱਲ ਸ਼ਬਦ ਅਕਸਰ ਤੋਰੀ, ਟਿੰਡੇ, ਕਰੇਲੇ ਇਹਨਾਂ ਦੀਆਂ ਵੇਲਾਂ ਵਾਸਤੇ ਵਰਤਿਆ ਜਾਂਦਾ ਹੈ। ਤਾਂ ਵਿਸਾਖ ਦਾ ਮੌਸਮ ਆਉਣ ਤੱਕ ਆਮ ਤੌਰ 'ਤੇ ਗਰਮੀ ਦੀ ਜੋ ਸਬਜ਼ੀ ਹੈ ਉਹ ਉਗਾ ਦਿੱਤੀ ਜਾਂਦੀ ਹੈ ਅਤੇ ਉਸ ਸਮੇਂ ਤੱਕ ਉਹ ਉਸਦੀਆਂ ਜੋ ਵੇਲਾਂ ਨੇ, ਉਸਦੀਆਂ ਜੋ ਵੱਲਾਂ ਨੇ ਉਹ ਪੁੰਗਰ ਚੁੱਕੀਆਂ ਹੁੰਦੀਆਂ ਨੇ, ਉਹ ਧਰਤੀ 'ਚੋਂ ਬਾਹਰ ਨਿਕਲ ਚੁੱਕੀਆਂ ਹੁੰਦੀਆਂ ਨੇ ਅਤੇ ਬਹੁਤ ਸਾਰੀਆਂ ਵੇਲਾਂ ਰੁੱਖਾਂ ਵੱਲ ਚੜ੍ਹ ਜਾਂਦੀਆਂ ਨੇ। ਫੁੱਲਾਂ ਦੀਆਂ ਵੇਲਾਂ ਵੀ ਰੁੱਖਾਂ ਨੂੰ ਚੜ੍ਹ ਜਾਂਦੀਆਂ ਨੇ, ਕੁਛ ਸਬਜ਼ੀਆਂ ਦੀਆਂ ਵੀ ਚੜ੍ਹ ਜਾਂਦੀਆਂ ਨੇ। ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ। ਹੁਣ ਉਹਨਾਂ ਵੇਲਾਂ ਨੂੰ ਜਿਹੜੇ ਫੁੱਲ ਲੱਗੇ ਹੁੰਦੇ ਨੇ ਜਿਨ੍ਹਾਂ ਥੱਲੇ ਫਲ ਹੁਣ ਲੱਗ ਕੇ ਲੱਗਣਾ ਸ਼ੁਰੂ ਹੋ ਜਾਂਦਾ, ਯਾਨੀ ਕਿ ਉਹ ਜਿਹੜਾ ਛੋਟਾ ਜਿਹਾ ਫਲ ਲੱਗਦਾ ਉਹ ਐਂ ਲੱਗਦਾ ਜਿਵੇਂ ਇੱਕ ਲੜੀ ਪਰੋਈ ਜਾ ਰਹੀ ਹੋਵੇ ਅਤੇ ਉਸ ਛੋਟੇ ਜਿਹੇ ਫਲ ਨੇ ਵੱਡਾ ਹੋ ਕੇ ਪੂਰੀ ਸਬਜ਼ੀ ਜਾਂ ਪੂਰਾ ਫਲ ਬਣਨਾ ਹੈ। ਸਾਈਂ ਦੀ ਨਿਗਾਹ ਜੱਗ 'ਤੇ ਸਵੱਲੀਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ।
ਹੁਣ ਇਸ ਸਮੇਂ ਸਾईं मतलब रब परमात्मा, उनकी निगाह उनकी नज़र रब जो दुनिया ते सवली है, मतलब बहुत ही मेहरबान हुई है। इसे करके सारे पासे चंगा चंगा कुछ हो रहा है, सारी कुदरत खिड़ी हुई है। तो वो जो नौजवान है वो अपनी पत्नी नू या प्रेमिका नू कह रहा है, चल नी प्रेमीए आपां विसाखी दा मेला वेखण चलीए। ਹੁਣ ਕੁਦਰਤ ਦਾ ਇੱਕ ਸੁੰਦਰ ਸਜੀਵ ਵਰਣਨ ਕਰਨ ਤੋਂ ਬਾਅਦ ਹੁਣ ਅਗਲੇ ਜੋ ਪੈਰੇ ਨੇ ਉਹਨਾਂ 'ਚ ਸਾਨੂੰ ਵਿਸਾਖੀ ਦੇ ਮੇਲੇ ਦਾ ਸਜੀਵ ਵਰਣਨ ਦੇਖਣ ਨੂੰ ਮਿਲੇਗਾ। ਤਾਂ ਵਿਸਾਖੀ ਦੇ ਮੇਲੇ ਦਾ ਵਰਣਨ ਕਰਦਾ ਹੋਇਆ ਕਵੀ ਕੀ ਕਹਿ ਰਿਹਾ ਹੈ, ਦੂਰ ਦੂਰ ਥਾਂੋਂ ਵਣਜਾਰੇ ਆਏ ਨੇ, ਸੋਹਣੇ ਸੋਹਣੇ ਕੁੰਜਾਂ ਤੇ ਫੀਤੇ ਲਿਆਏ ਨੇ। ਹੁਣ ਵਣਜਾਰੇ ਮਤਲਬ ਵਪਾਰੀ ਸੌਦਾਗਰ, ਉਹ ਦੂਰੋਂ ਦੂਰੋਂ ਆਏ ਹੋਏ ਨੇ ਤੇ ਸੋਹਣੇ ਸੋਹਣੇ ਕੁੰਜਾਂ ਫੀਤੇ ਲਿਆਏ ਨੇ, ਸੋਹਣੀਆਂ ਸੋਹਣੀਆਂ ਲੈਸਾਂ ਬਟਨ ਆਦਿ ਲੈ ਕੇ ਆਏ ਨੇ। ਗਜਰਿਆਂ ਤੇ ਵੰਗਾਂ ਦਾ ਨਾ ਅੰਤ ਕੋਈ ਏ। ਗਜਰੇ ਤੇ ਵੰਗਾਂ ਚੂੜੀਆਂ ਹੱਥਾਂ 'ਚ ਪਾਉਣ ਵਾਲੀਆਂ, ਉਹਨਾਂ ਦਾ ਕੋਈ ਅੰਤ ਨਹੀਂ, ਬਹੁਤ ਜ਼ਿਆਦਾ ਮਿਲ ਰਿਹਾ ਮੇਲੇ ਵਿੱਚ। ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਹੈ। ਮੇਲੇ ਵਿੱਚ ਝੂਠੇ ਗਹਿਣੇ ਯਾਨੀ ਕਿ ਨਕਲੀ ਗਹਿਣਿਆਂ ਦੀ, ਆਰਟੀਫਿਸ਼ੀਅਲ ਜਵੈਲਰੀ ਜਿਹਨੂੰ ਅਸੀਂ ਕਹਿੰਦੇ ਹਾਂ, ਉਹਦੀ ਪੂਰੀ ਮੰਡੀ ਲੱਗੀ ਹੋਈ ਹੈ। ਹੱਟੀਆਂ ਹਜ਼ਾਰਾਂ ਹਲਵਾਈਆਂ ਲਾਈਆਂ ਨੇ, ਸੈਂਕੜੇ ਸੁਗਾਤਾਂ ਨਾਲੇ ਹੋ ਰਿਆਈਆਂ ਨੇ। ਤਾਂ ਮੇਲੇ ਵਿੱਚ ਹਲਵਾਈਆਂ ਨੇ ਵੀ ਹਜ਼ਾਰਾਂ ਹੀ ਹੱਟੀਆਂ ਲਾਈਆਂ ਹੋਈਆਂ, ਮਤਲਬ ਮਿਠਾਈ ਦੀਆਂ ਦੁਕਾਨਾਂ ਵੀ ਬਹੁਤ ਜ਼ਿਆਦਾ ਸਜੀਆਂ ਹੋਈਆਂ ਨੇ। ਤੇ ਉਸ ਤੋਂ ਇਲਾਵਾ ਯਾਨੀ ਕਿ ਝੂਠੇ ਗਹਿਣਿਆਂ ਤੇ ਮਿਠਾਈਆਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮੇਲੇ ਵਿੱਚ ਵਿਕਣ ਆਈਆਂ ਹੋਈਆਂ ਨੇ। ਹੱਟੀ ਹੱਟੀ ਸ਼ੌਂਕੀਆਂ ਦੀ ਭੀੜ ਖੱਲੀਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਹੱਟੀ ਹੱਟੀ ਮਤਲਬ ਦੁਕਾਨ ਦੁਕਾਨ ਤੇ, ਹਰ ਦੁਕਾਨ ਤੇ ਸ਼ੌਕੀਨਾਂ ਦੀ, ਸ਼ੌਂਕ ਰੱਖਣ ਵਾਲੇ ਲੋਕਾਂ ਦੀ, ਜਿਹਨੂੰ ਜਿਸ ਚੀਜ਼ ਦਾ ਸ਼ੌਂਕ ਹੈ ਉਹ ਉਸ ਦੁਕਾਨ 'ਤੇ ਉਸਦੀ ਭੀੜ ਬਣੀ ਹੋਈ ਹੈ। ਅਤੇ ਇਹ ਸਭ ਕੁਛ ਦੱਸਦਾ ਹੋਇਆ ਉਹ ਨੌਜਵਾਨ ਫਿਰ ਤੋਂ ਆਪਣੀ ਪਤਨੀ ਜਾਂ ਪ੍ਰੇਮਿਕਾ ਨੂੰ ਮੇਲੇ 'ਤੇ ਚੱਲਣ ਲਈ ਮਨਾ ਰਿਹਾ ਹੈ। ਉਸ ਤੋਂ ਅੱਗੇ ਮੇਲੇ ਦਾ ਹੋਰ ਵਰਣਨ ਕਰਦਾ ਹੋਇਆ ਕਵੀ ਕਹਿੰਦਾ ਹੈ, ਥਾਈਂ ਥਾਈਂ ਖੇਡਾਂ 'ਤੇ ਪੰਗੂੜੇ ਆਏ ਨੇ, ਜੋਗੀਆਂ ਮਦਾਰੀਆਂ ਤਮਾਸ਼ੇ ਲਾਏ ਨੇ। ਹੁਣ ਜਗ੍ਹਾ ਜਗ੍ਹਾ 'ਤੇ ਖੇਡਾਂ, ਪੰਗੂੜੇ, ਖੇਡਾਂ ਵੰਨ ਸੁਵੰਨੀਆਂ ਕੋਈ ਹੁੰਦੀਆਂ ਪਈਆਂ, ਕਿਤੇ ਪੰਗੂੜੇ ਯਾਨੀ ਕਿ ਝੂਲੇ ਲੱਗੇ ਹੋਏ ਹਨ। ਅਤੇ ਜੋਗੀ ਕਾਹਦੇ ਤਮਾਸ਼ੇ ਵਿਖਾਉਂਦੇ ਆ, ਸੱਪ ਦੇ ਤਮਾਸ਼ੇ, ਮਦਾਰੀ ਬਾਂਦਰ ਦੇ ਤਮਾਸ਼ੇ, ਉਹ ਉਹਨਾਂ ਨੂੰ ਦਿਖਾਉਂਦੇ ਪਏ ਨੇ। ਵੰਜਲੀ ਲਗੋਜਾ ਕਾਟੋ ਤੂੰਬਾ ਵੱਜਦੇ। ਹੁਣ ਇਹ ਸਾਰੇ ਪੰਜਾਬ ਦੇ ਜਿਹੜੇ ਨੇ ਸੱਭਿਆਚਾਰਕ ਸਾਜ਼ ਨੇ, ਜਿਨ੍ਹਾਂ ਨੂੰ ਪਹਿਲਾਂ ਲੋਕ ਵਜਾਉਂਦੇ ਸਨ, ਅੱਜ ਕੱਲ੍ਹ ਵੀ ਤੁਹਾਨੂੰ ਭੰਗੜੇ ਆਦਿ ਵਿੱਚ ਇਹ ਦਿਖਾਈ ਦੇ ਦਿੰਦੇ ਨੇ। ਮੈਂ ਤੁਹਾਨੂੰ ਜ਼ਿਆਦਾ ਆਈਡੀਆ ਦੇਣ ਲਈ ਇਹਨਾਂ ਦੀਆਂ ਤਸਵੀਰਾਂ ਦਿਖਾ ਰਹੀ ਹਾਂ। ਵੰਜਲੀ ਕੀ ਹੁੰਦੀ ਹੈ, ਲਗੋਜਾ ਕੀ ਹੁੰਦਾ ਹੈ, ਕਾਟੋ ਕੀ ਹੁੰਦੀ ਹੈ ਅਤੇ ਤੂੰਬਾ ਕਿਸ ਤਰ੍ਹਾਂ ਦਾ ਹੁੰਦਾ ਹੈ। ਇਹ ਜੋ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਸ਼ਾਇਦ ਤੂੰਬੀ ਦੀ ਹੈ, ਅਤੇ ਤੂੰਬਾ ਜੋ ਹੈ ਉਸ ਤੋਂ ਥੋੜ੍ਹਾ ਵੱਡਾ ਹੁੰਦਾ। ਮੈਨੂੰ ਇਸ ਦੀ ਤਸਵੀਰ ਮਿਲੀ ਨਹੀਂ, ਜੇ ਕਦੀ ਮਿਲੀ ਤਾਂ ਆਪਾਂ ਤੁਹਾਨੂੰ ਜ਼ਰੂਰ ਸ਼ੇਅਰ ਕਰਾਂਗੇ। ਛਿੰਝ ਵਿੱਚ ਸੂਰੇ ਪਹਿਲਵਾਨ ਗੱਜਦੇ, ਤਾਂ ਨਾਲੇ ਸਾਰੇ ਪਾਸੇ ਸਾਜ਼ ਵੱਜ ਰਿਹਾ, ਯਾਨੀ ਕਿ ਨੱਚਣ ਟੱਪਣ ਦਾ ਮਾਹੌਲ ਬਣਿਆ ਹੋਇਆ। ਦੂਜੇ ਪਾਸੇ ਛਿੰਝ ਕੀ ਹੁੰਦੀ ਹੈ, ਪਹਿਲਵਾਨਾਂ ਦੇ ਕੋਲ ਕਰਨ ਦੀ ਥਾਂ। ਤਾਂ ਪਹਿਲਵਾਨਾਂ ਦੇ ਸੂਰੇ ਪਹਿਲਵਾਨ ਗੱਜ ਰਹੇ ਨੇ ਕਿਉਂਕਿ ਉੱਥੇ ਕੋਲ ਚੱਲ ਰਹੇ ਹਨ। ਇਕੱਠਾ ਹੋ ਕੇ ਆਇਆ ਰੌਲਾ ਸਾਰੇ ਜੱਗ ਦਾ, ਭੀੜ ਵਿੱਚ ਮੋਢੇ ਨਾਲ ਮੋਢਾ ਵੱਜਦਾ। ਹੁਣ ਮੇਲੇ ਵਿੱਚ ਸਾਰੇ ਜੱਗ ਦਾ, ਸਾਰੇ ਸੰਸਾਰ ਦਾ ਰੌਲਾ ਇਕੱਠਾ ਹੋ ਕੇ ਆਇਆ ਹੋਇਆ। ਹੁਣ ਇੱਥੇ ਜੋ ਹੈ ਅਤੀ ਕਥਨੀ ਵਰਤੀ ਜਾ ਰਹੀ ਹੈ। ਇਹ ਨਹੀਂ ਕਿ ਸਾਰਾ ਸੰਸਾਰ ਸੱਚੀ ਮੇਲੇ 'ਚ ਆ ਗਿਆ, ਪਰ ਉਹ ਕਹਿਣ ਦਾ ਭਾਵ ਹੈ ਕਿ ਬਹੁਤ ਜ਼ਿਆਦਾ ਉੱਥੇ ਭੀੜ ਹੈ, ਬਹੁਤ ਜ਼ਿਆਦਾ ਰਸ਼ ਹੋਇਆ ਹੈ ਮੇਲੇ ਵਿੱਚ। ਅਤੇ ਇੰਨੀ ਜ਼ਿਆਦਾ ਭੀੜ ਹੈ ਵੀ ਮੋਢੇ ਨਾਲ ਮੋਢਾ ਇੱਕ ਦੂਜੇ ਦੇ ਵੱਜ ਰਿਹਾ। ਕੋਹਾਂ ਵਿੱਚ ਮੇਲੇ ਨੇ ਜ਼ਮੀਨ ਮੱਲੀਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਜਿਵੇਂ ਅੱਜ ਕੱਲ੍ਹ ਅਸੀਂ ਦੂਰੀ ਨੂੰ ਕਿਲੋਮੀਟਰਾਂ ਵਿੱਚ ਮਾਪਦੇ ਹਾਂ, ਉਦੋਂ ਪਹਿਲਾਂ ਕੋਹਾਂ ਵਿੱਚ ਮਾਪਦੇ ਸੀਗੇ। ਤਾਂ ਉਹ ਕਹਿੰਦਾ ਕਈ ਕੋਹਾਂ ਵਿੱਚ ਜਿਹੜਾ ਮੇਲਾ ਉਹ ਫੈਲਿਆ ਹੋਇਆ, ਯਾਨੀ ਕਿ ਬਹੁਤ ਜ਼ਿਆਦਾ ਦੂਰ ਤੱਕ ਮੇਲਾ ਫੈਲਿਆ ਹੋਇਆ, ਬਹੁਤ ਵੱਡਾ ਮੇਲਾ ਲੱਗਿਆ ਹੋਇਆ ਹੈ। ਅਤੇ ਉਹ ਫਿਰ ਤੋਂ ਆਪਣੀ ਪਤਨੀ ਜਾਂ ਪ੍ਰੇਮਿਕਾ ਨੂੰ ਕਹਿੰਦਾ ਕਿ ਚੱਲ ਆਪਾਂ ਮੇਲੇ 'ਤੇ ਚੱਲੀਏ, ਚੱਲ ਆਪਾਂ ਮੇਲਾ ਵੇਖਣ ਚੱਲੀਏ। ਤਾਂ ਇਸ ਤਰ੍ਹਾਂ ਇਹ ਕਵਿਤਾ ਨਾ ਸਿਰਫ ਸਾਨੂੰ ਵਿਸਾਖੀ ਦੇ ਮੇਲੇ ਦਾ ਸੋਹਣਾ ਦ੍ਰਿਸ਼ ਦਿਖਾਉਂਦੀ ਹੈ, ਬਲਕਿ ਨਾਲ ਦੀ ਨਾਲ ਸਾਨੂੰ ਉਸ ਸਮੇਂ ਦਾ ਕੁਦਰਤੀ ਦ੍ਰਿਸ਼ ਵੀ ਸਾਡੇ ਸਾਹਮਣੇ ਪੇਸ਼ ਕਰਦੀ ਹੈ ਕਿ ਵਿਸਾਖ ਦੇ ਮਹੀਨੇ ਵਿੱਚ ਕੁਦਰਤ ਵੀ ਕਿੰਨੀ ਸੁੰਦਰ ਅਤੇ ਕਿੰਨੀ ਸੋਹਣੀ ਲੱਗ ਰਹੀ ਹੁੰਦੀ ਹੈ। ਹੁਣ ਆਪਾਂ ਇਸ ਕਵਿਤਾ ਦਾ ਅਭਿਆਸ ਹੱਲ ਕਰਾਂਗੇ। ਕਵਿਤਾ ਦੇ ਅਭਿਆਸ ਵਿੱਚ ਜੋ ਪ੍ਰਸ਼ਨ ਸਾਨੂੰ ਤੁਹਾਡੀ ਪਾਠ ਪੁਸਤਕ ਦਿੱਤੇ ਗਏ ਹਨ ਉਹ ਕੇਵਲ 2 ਹੀ ਹਨ, ਪਰ ਆਪਾਂ ਉਸ ਤੋਂ ਇਲਾਵਾ ਕੁਝ ਹੋਰ ਪ੍ਰਸ਼ਨ ਉੱਤਰ ਵੀ ਕਰਾਂਗੇ। ਉਸ ਵਿੱਚ ਜੋ ਪ੍ਰਸ਼ਨ ਤੁਹਾਡੀ ਪਾਠ ਪੁਸਤਕ ਵਿੱਚ ਦਿੱਤਾ ਗਿਆ ਹੈ ਉਹ ਹੈ, ਵਿਸਾਖੀ ਦਾ ਮੇਲਾ ਕਵਿਤਾ ਵਿੱਚ ਕਵੀ ਨੇ ਮੇਲੇ ਦਾ ਜੋ ਚਿੱਤਰ ਪੇਸ਼ ਕੀਤਾ ਹੈ ਉਸਨੂੰ ਆਪਣੇ ਸ਼ਬਦਾਂ ਵਿੱਚ ਲਿਖੋ।
ਹੁਣ ਤੁਹਾਨੂੰ ਇਹ ਪ੍ਰਸ਼ਨ ਤੱਕ ਦਿੱਤਾ ਗਿਆ ਹੈ, ਪਰ ਇਸ ਤੋਂ ਇਲਾਵਾ ਮੈਂ ਤੁਹਾਨੂੰ 2-3 ਪ੍ਰਸ਼ਨ ਹੋਰ ਲਿਖ ਕੇ ਦੇ ਰਹੀ ਹਾਂ ਜੀ। ਉਹਨਾਂ ਵਿੱਚੋਂ ਕੋਈ ਵੀ ਪ੍ਰਸ਼ਨ ਆਵੇ ਤਾਂ ਤੁਸੀਂ ਇਹੀ ਉੱਤਰ ਲਿਖਣਾ ਹੈ। ਜਿਵੇਂ ਕਿ ਨੌਜਵਾਨ ਆਪਣੀ ਪ੍ਰੇਮਿਕਾ ਨੂੰ ਕੀ ਦੱਸ ਕੇ ਵਿਸਾਖੀ ਦੇ ਮੇਲੇ ਚੱਲਣ ਲਈ ਕਹਿੰਦਾ ਹੈ, ਜਾਂ ਮੇਲੇ ਵਿੱਚ ਕੀ ਵੇਖਣ ਨੂੰ ਮਿਲਦਾ ਹੈ। ਤਾਂ ਇਹਨਾਂ ਸਾਰੇ ਪ੍ਰਸ਼ਨਾਂ ਦਾ ਉੱਤਰ ਇੱਕੋ ਹੀ ਆਉਣਾ ਹੈ। ਮੇਲੇ ਦਾ ਦ੍ਰਿਸ਼ ਪੇਸ਼ ਕਰਦਾ ਹੋਇਆ ਕਵੀ ਕਹਿੰਦਾ ਹੈ ਕਿ ਮੇਲੇ ਵਿੱਚ ਦੂਰੋਂ ਵਣਜਾਰੇ ਆਏ ਹਨ। ਉਹਨਾਂ ਨੇ ਲੈਸਾਂ, ਚੂੜੀਆਂ ਅਤੇ ਨਕਲੀ ਗਹਿਣਿਆਂ ਦਾ ਬਾਜ਼ਾਰ ਲਾਇਆ ਹੋਇਆ ਹੈ। ਮੇਲੇ ਵਿੱਚ ਹਲਵਾਈਆਂ ਦੀਆਂ ਵੀ ਹਜ਼ਾਰਾਂ ਦੁਕਾਨਾਂ ਲੱਗੀਆਂ ਹੋਈਆਂ ਹਨ। ਥਾਂ ਪੰਗੂੜੇ, ਜੋਗੀ, ਮਦਾਰੀ ਦੇ ਤਮਾਸ਼ੇ ਲੱਗੇ ਹਨ। ਮੇਲੇ ਵਿੱਚ ਸਾਜ਼ ਵੱਜ ਰਹੇ ਹਨ ਅਤੇ ਪਹਿਲਵਾਨਾਂ ਦੇ ਘੋਲ ਵੀ ਹੋ ਰਹੇ ਹਨ। ਮੇਲੇ ਵਿੱਚ ਬਹੁਤ ਜ਼ਿਆਦਾ ਭੀੜ ਹੈ ਅਤੇ ਮੋਢੇ ਨਾਲ ਮੋਢਾ ਵੱਜ ਰਿਹਾ ਹੈ। ਇਹ ਸਾਰਾ ਦ੍ਰਿਸ਼ ਦੱਸ ਕੇ ਉਹ ਆਪਣੀ ਪ੍ਰੇਮਿਕਾ ਨੂੰ ਮੇਲੇ ਚੱਲਣ ਲਈ ਕਹਿੰਦਾ ਹੈ। ਇਸ ਤੋਂ ਬਾਅਦ ਅਗਲਾ ਜੋ ਪ੍ਰਸ਼ਨ ਤੁਹਾਡੀ ਪਾਠ ਪੁਸਤਕ ਵਿੱਚ ਦਿੱਤਾ ਗਿਆ ਹੈ ਉਹ ਹੈ ਵਿਸਾਖੀ ਦਾ ਮੇਲਾ ਕਵਿਤਾ ਵਿੱਚ ਕਿਹੜੇ ਸਾਜ਼ਾਂ ਦਾ ਜ਼ਿਕਰ ਕੀਤਾ ਗਿਆ ਹੈ। ਤਾਂ ਇਸ ਕਵਿਤਾ ਵਿੱਚ ਵੰਜਲੀ, ਲਗੋਜ਼ਾ, ਕਾਟੋ ਅਤੇ ਤੂੰਬਾ ਸਾਜ਼ਾਂ ਦਾ ਜ਼ਿਕਰ ਕੀਤਾ ਗਿਆ ਹੈ। ਹੁਣ ਆਪਾਂ ਕੁਝ ਹੋਰ ਪ੍ਰਸ਼ਨ ਕਰਾਂਗੇ, ਜਿਨਦੇ ਵਿੱਚ ਪਹਿਲਾ ਹੈ ਬਸੰਤ ਦੇ ਮੌਸਮ ਵਿੱਚ ਕੀ ਹੁੰਦਾ ਹੈ। ਬਸੰਤ ਦੇ ਮੌਸਮ ਵਿੱਚ ਕਣਕ ਪੱਕ ਜਾਂਦੀ ਹੈ ਤੇ ਲੁਕਾਟ ਦੇ ਫਲ ਰਸ ਜਾਂਦੇ ਹਨ। ਅੰਬ ਦੇ ਰੁੱਖ ਨੂੰ ਬੂਰ ਅਤੇ ਗੁਲਾਬ ਦੇ ਫੁੱਲ ਖਿੜ ਜਾਂਦੇ ਹਨ। ਬੇਰੀਆਂ ਬੇਰਾਂ ਨਾਲ ਭਰ ਜਾਂਦੀਆਂ ਹਨ। ਸਾਰੇ ਪਾਸੇ ਬੂਟੇ ਅਤੇ ਵੇਲਾਂ ਹਰੇ ਭਰੇ ਅਤੇ ਫੁੱਲਾਂ ਵਾਲੇ ਹੋ ਜਾਂਦੇ ਹਨ। ਅਗਲਾ ਪ੍ਰਸ਼ਨ ਹੈ ਵਿਸਾਖੀ ਦੇ ਮੇਲੇ ਵਿੱਚ ਵਣਜਾਰੇ ਕਿੱਥੋਂ ਆਏ ਹਨ ਤੇ ਕੀ ਲਿਆਏ ਹਨ। ਇਸ ਦਾ ਉੱਤਰ ਤੁਹਾਨੂੰ ਪਹਿਲੇ ਪ੍ਰਸ਼ਨ ਦੇ ਵਿੱਚ ਵੀ ਲੱਭ ਜਾਏਗਾ ਤੇ ਮੈਂ ਅਲੱਗ ਤੋਂ ਵੀ ਦੇ ਰਹੀ ਹਾਂ ਤੁਹਾਡੇ ਲਈ। ਵਿਸਾਖੀ ਦੇ ਮੇਲੇ ਵਿੱਚ ਵਣਜਾਰੇ ਦੂਰੋਂ ਆਏ ਹਨ। ਉਹ ਆਪਣੇ ਨਾਲ ਸੋਹਣੀਆਂ ਲੈਸਾਂ, ਗਜਰੇ, ਵੰਗਾਂ ਯਾਨੀ ਕਿ ਚੂੜੀਆਂ ਅਤੇ ਟੇਰਾ ਨਕਲੀ ਗਹਿਣੇ ਲੈ ਕੇ ਆਏ ਹਨ। ਉਸ ਤੋਂ ਅਗਲਾ ਪ੍ਰਸ਼ਨ ਬਸੰਤ ਦੇ ਮਹੀਨੇ ਕਿਹੜੀ ਫਸਲ ਪੱਕ ਜਾਂਦੀ ਹੈ। ਤਾਂ ਇਸ ਦਾ ਉੱਤਰ ਅਸੀਂ ਲਿਖਾਂਗੇ ਕਣਕ। ਬੂਰ ਕਿਸ ਨੂੰ ਪੈਂਦਾ ਹੈ? ਅੰਬ ਨੂੰ। ਗੁਲਾਬ ਦੇ ਹੱਸਣ ਤੋਂ ਕੀ ਭਾਵ ਹੈ? ਗੁਲਾਬ ਦੇ ਹੱਸਣ ਤੋਂ ਭਾਵ ਹੈ ਗੁਲਾਬ ਦਾ ਫੁੱਲ ਖਿੜ ਗਿਆ ਹੈ। ਬਾਗਾਂ ਉੱਤੇ ਰੰਗ ਕੌਣ ਫੇਰਦਾ ਹੈ? ਬਾਗਾਂ ਉੱਤੇ ਰੰਗ ਬਸੰਤ ਦਾ ਮੌਸਮ ਫੇਰਦਾ ਹੈ। ਕਵੀ ਅਨੁਸਾਰ ਬਸੰਤ ਸਮੇਂ ਕਿਸ ਦੀ ਜੱਗ ਉੱਤੇ ਮਿਹਰ ਹੁੰਦੀ ਹੈ? ਰੱਬ ਦੀ। ਹੱਟੀਆਂ ਉੱਤੇ ਕਿਹਨਾਂ ਦੀ ਭੀੜ ਖੜੀ ਹੈ? ਹੱਟੀਆਂ ਉੱਤੇ ਸ਼ੌਕੀਨਾਂ ਦੀ ਭੀੜ ਖੜੀ ਹੈ। ਤਮਾਸ਼ੇ ਕੌਣ ਦਿਖਾ ਰਹੇ ਹਨ? ਤਮਾਸ਼ੇ ਜੋਗੀ ਅਤੇ ਮਦਾਰੀ ਦਿਖਾ ਰਹੇ ਹਨ। ਮੋਢੇ ਨਾਲ ਮੋਢਾ ਵੱਜਣਾ ਮੁਹਾਵਰੇ ਦਾ ਕੀ ਅਰਥ ਹੈ? ਤਾਂ ਇਸ ਦਾ ਅਰਥ ਹੈ ਬਹੁਤ ਜ਼ਿਆਦਾ ਭੀੜ ਹੋਣਾ। ਤੇ ਆਖਰੀ ਪ੍ਰਸ਼ਨ ਵਿਸਾਖੀ ਦਾ ਮੇਲਾ ਕਵਿਤਾ ਦਾ ਕਵੀ ਕੌਣ ਹੈ? ਹੁਣ ਤੱਕ ਤੁਹਾਨੂੰ ਇਸ ਦਾ ਉੱਤਰ ਬਹੁਤ ਚੰਗੀ ਤਰ੍ਹਾਂ ਪਤਾ ਹੈ। ਉਸਦੇ ਕਵੀ ਹਨ ਧਨੀ ਰਾਮ ਚਾਤ੍ਰਿਕ ਜੀ। ਤਾਂ ਬੱਚਿਓ, ਇਹ ਹੈ ਸਾਡੀ ਕਵਿਤਾ ਵਿਸਾਖੀ ਦਾ ਮੇਲਾ। ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਕਵਿਤਾ ਵੀ ਸਮਝ ਆ ਗਈ ਹੈ ਤੇ ਤੁਸੀਂ ਇਸ ਨੂੰ ਬਹੁਤ ਮਜ਼ੇ ਨਾਲ ਤੇ ਬਹੁਤ ਇੰਜੋਏ ਕੀਤਾ ਹੈ। ਤੇ ਅਭਿਆਸ ਤਾਂ ਹੁਣ ਤੁਹਾਡਾ ਪੂਰਾ ਹੱਲ ਹੋ ਹੀ ਗਿਆ। ਤੁਹਾਨੂੰ ਕੋਈ ਵੀ ਪ੍ਰਸ਼ਨ ਆ ਜਾਏ ਤੁਸੀਂ ਹੱਲ ਕਰ ਹੀ ਲੈਣਾ ਹੈ। ਤੁਹਾਡਾ ਅਗਲਾ ਪਾਠ ਲੈ ਕੇ ਬਹੁਤ ਜਲਦੀ ਫਿਰ ਤੋਂ ਹਾਜ਼ਰ ਹੋਵਾਂਗੇ। ਉਦੋਂ ਤੱਕ ਪੰਜਾਬੀ ਸਕੂਲ ਚੈਨਲ ਨੂੰ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰੋ ਅਤੇ ਸਾਨੂੰ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡੇ ਪਾਠ ਕਿਸ ਤਰ੍ਹਾਂ ਦੇ ਲੱਗ ਰਹੇ ਹਨ। ਹੁਣ ਦਿਓ ਇਜਾਜ਼ਤ। ਧੰਨਵਾਦ।